ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਆ ਜਾਣਾ ਕਿਵ ਮਰੈਂਗੇ, ਕੈਸਾ ਮਰਨਾ ਹੋਏ। ਜੇ ਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਣਾ ਹੋਏ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣਿਆ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਧੰਨ ਵਾਹਿਗੁਰੂ ਜੋ ਦਿਨ ਆਵੈ ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ। ਦੂਰ ਗਗਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ। ਤੈ ਜੀਵਨ ਜਗ ਸਚ ਕਰ ਜਾਨਾ, ਕਿਆ ਤੂੰ ਸੋਇਆ ਜਾਗ ਇਆਨਾ। ਤੈ ਜੀਵਨ ਜਗ ਸਚ ਕਰ ਜਾਨਾ। ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਕਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਮੂਹ ਖਾਲਸਾ ਰੂਪ ਸਤ ਸੰਗਤ ਜੀਓ, ਅੱਜ ਅਸੀਂ ਸਾਰੇ ਹੀ ਸਤਿਕਾਰਯੋਗ ਬੀਬੀ ਹਰਜਿੰਦਰ ਕੌਰ ਜੀ ਤਿਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਅਸੀਂ ਸਾਰੇ ਹੀ ਇਕੱਤਰਿਤ ਹੋਏ ਹਾਂ। ਸੋ ਆਓ, ਜਿੱਥੇ ਅਸੀਂ ਸਰੀਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਵਿੱਚ ਜੁੜ ਬੈਠੇ ਹਾਂ, ਉੱਥੇ ਹੀ ਆਪਣੀ ਮਨ ਬਿਰਤੀਆਂ ਨੂੰ ਇਕਾਗਰਚਿਤ ਕਰਕੇ ਕੁਝ ਕੁ ਸਮੇਂ ਵਾਸਤੇ ਜੋ ਇਹ ਸਮਾਂ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਮਤਿ ਵਿਚਾਰਾਂ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਇਹ ਸਮਾਂ ਪ੍ਰਾਪਤ ਹੋਇਆ ਹੈ। ਸੋ ਗੁਰਮਤਿ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਮੌਤ ਜਿਹੜੀ ਹੈ ਇੱਕ ਅਟਲ ਸਚਾਈ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ ਤੇ ਪਤਾ ਲੱਗਦਾ ਹੈ ਕਿ ਮੌਤ ਜਿਹੜੀ ਹੈ ਇਹ ਅਟਲ ਸਚਾਈ ਹੈ, ਕਿ ਮੌਤ ਜਿਹੜੀ ਹੈ ਹਰੇਕ ਮਨੁੱਖ ਨੂੰ ਆਉਂਦੀ ਹੀ ਆਉਂਦੀ ਹੈ, ਇਸ ਤੋਂ ਕੋਈ ਬਚ ਨਹੀਂ ਜੇ ਸਕਦਾ। ਪਰ ਗੁਰਬਾਣੀ ਦੇ ਮੁਤਾਬਿਕ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਮਨੁੱਖ ਦੇ ਜੀਵਨ ਦੇ ਅੰਦਰ 3 ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਹੈ। ਸਭ ਤੋਂ ਪਹਿਲੀ ਮੌਤ ਜਿਹੜੀ ਹੈ ਉਹ ਹੈ ਸਰੀਰ ਕਰਕੇ ਆਉਣੀ, ਜਿਸ ਨੂੰ ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਸਭਨਾ ਮਰਣਾ ਆਇਆ ਵਿਛੋੜਾ ਸਭਨਾ, ਕਿ ਸਾਰਿਆਂ ਨੇ ਜਿਹੜਾ ਹੈ ਇੱਕ ਦਿਨ ਸੰਸਾਰ ਤੋਂ ਕੂਚ ਕਰਨਾ ਹੈ, ਸਾਰਿਆਂ ਨੇ ਜਾਣਾ ਹੀ ਜਾਣਾ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਦੂਜੀ ਤਰ੍ਹਾਂ ਦੀ ਮੌਤ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਕਰਦੇ ਨੇ ਕਿ ਪਹਿਲੀ ਜਿਹੜੀ ਮੌਤ ਹੈ ਉਹ ਹੈ ਸਰੀਰ ਕਰਕੇ ਮਰਨਾ, ਤੇ ਦੂਜੀ ਜਿਹੜੀ ਮੌਤ ਹੈ ਉਹ ਹੈ ਜ਼ਮੀਰ ਕਰਕੇ ਮਰਨਾ। ਰੋਜ਼ਾਨਾ ਹੀ ਅੰਮ੍ਰਿਤਮਈ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ। ਗੁਰਦੇਵ ਪਿਤਾ ਜੀ ਆਖਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਊਂ, ਕਿ ਜਦੋਂ ਪਰਮਾਤਮਾ ਜੀ ਤੇਰੇ ਨਾਮ ਨੂੰ ਮੈਂ ਜਪਦਾ ਹਾਂ, ਜਦੋਂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਅੰਦਰ ਵਸਦਾ ਹੈ, ਭਾਵ ਜਦੋਂ ਚੰਗੇ ਗੁਣ ਚੰਗਿਆਈਆਂ ਨੂੰ ਮੈਂ ਆਪਣੇ ਜੀਵਨ ਅੰਦਰ ਸਾਂਭ ਕੇ ਰੱਖਦਾ ਹਾਂ, ਜਦੋਂ ਸੱਚ ਨੂੰ ਜੀਵਨ ਦੇ ਅੰਦਰ ਧਾਰਨ ਕਰਨਾ ਹਾਂ, ਤੇ ਸਤਿਗੁਰੂ ਜੀ ਕਹਿੰਦੇ ਨੇ ਆਖਾਂ ਜੀਵਾਂ, ਜਦੋਂ ਅਸੀਂ ਸੱਚ ਨੂੰ, ਚੰਗੇ ਗੁਣਾਂ ਨੂੰ, ਚੰਗਿਆਈਆਂ ਨੂੰ, ਗੁਰੂ ਜੀ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਹਿਰਦੇ ਰੂਪੀ ਭਾਂਡੇ ਦੇ ਅੰਦਰ ਜਦੋਂ ਅਸੀਂ ਸਾਂਭ ਕੇ ਰੱਖਾਂਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਆਤਮਿਕ ਜੀਵਨ ਜਿਹੜਾ ਹੈ ਉਹ ਜਿਉਂਦਾ ਹੈ। ਵਿਸਰੈ ਮਰ ਜਾਊਂ, ਜਦੋਂ ਸੱਚ ਜੀਵਨ ਦੇ ਵਿੱਚੋਂ ਵਿਸਾਰ ਦਿੰਦੇ ਹਾਂ, ਚੰਗੇ ਗੁਣਾਂ ਨੂੰ ਭੁਲਾ ਦਿੰਦੇ ਹਾਂ, ਚੰਗਿਆਈਆਂ ਨੂੰ ਭੁਲਾ ਦਿੰਦੇ ਹਾਂ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਆਤਮਿਕ ਤੌਰ ਤੇ ਮਰ ਜਾਂਦਾ ਹੈ। ਸੰਸਾਰ ਦੇ ਅੰਦਰ ਵੀ ਅਸੀਂ ਵੇਖਦੇ ਹਾਂ, ਕਈ ਵਾਰੀ ਆਮ ਤੌਰ ਤੇ ਕਈ ਥਾਵਾਂ ਤੇ ਗੱਲ ਵੀ ਕੀਤੀ ਜਾਂਦੀ ਹੈ, ਇਸ ਗੱਲ ਦਾ ਜ਼ਿਕਰ ਵੀ ਹੁੰਦਾ ਹੈ ਕਿ ਫਲਾਣਾ ਬੰਦਾ ਜਿਹੜਾ ਹੈ ਉਹ ਜ਼ਮੀਰ ਤੌਰ ਤੇ ਮਰਿਆ ਹੋਇਆ ਹੈ, ਭਾਵ ਸਰੀਰ ਕਰਕੇ ਜਿਉਂਦਾ ਹੈ ਪਰ ਜ਼ਮੀਰ ਤੌਰ ਤੇ ਜਿਹੜਾ ਹੈ ਉਹ ਮਰਿਆ ਹੋਇਆ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਪਹਿਲੀ ਮੌਤ ਜਿਹੜੀ ਹੈ ਉਹ ਹੈ ਸਰੀਰ ਕਰਕੇ ਮਰਨਾ, ਤੇ ਦੂਜੀ ਜਿਹੜੀ ਮੌਤ ਹੈ ਉਹ ਹੈ ਜ਼ਮੀਰ ਕਰਕੇ ਮਰਨਾ, ਤੇ ਤੀਜੀ ਮੌਤ ਦਾ ਜ਼ਿਕਰ ਗੁਰਦੇਵ ਪਿਤਾ ਜੀ ਨੇ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਕਿ ਤੀਜੀ ਕਿਹੜੀ ਮੌਤ ਹੈ? ਤੀਜੀ ਮੌਤ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਤਿਗੁਰੂ ਜੀ ਕਹਿੰਦੇ ਨੇ ਇੱਕ ਤੀਜੀ ਤਰ੍ਹਾਂ ਦੀ ਮੌਤ ਉਹ ਹੈ ਕਿ ਜਿਹੜਾ ਕੋਈ ਵਿਰਲਾ ਮਨੁੱਖ ਮਰਦਾ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ, ਆਪਣੀ ਵਾਸਨਾਵਾਂ ਨੂੰ ਕਾਬੂ ਦੇ ਵਿੱਚ ਕਰ ਲਿਆ ਹੈ, ਭਾਵ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਜੀ ਦੇ ਸ਼ਬਦ ਦੇ ਰਾਹੀਂ, ਗੁਰੂ ਜੀ ਦੇ ਗਿਆਨ ਦੇ ਰਾਹੀਂ ਆਪਣੇ ਆਪ ਨੂੰ ਮਾਰ ਲਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ, ਉਹ ਹਮੇਸ਼ਾ ਹੀ ਆਤਮਿਕ ਜੀਵਨ ਜਿਉਂਦੇ ਨੇ, ਉਹ ਵਾਰ-ਵਾਰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ। ਅਕਸਰ ਅਸੀਂ ਸੁਣਦੇ ਹਾਂ, ਇਤਿਹਾਸਿਕ ਗ੍ਰੰਥਾਂ ਦੇ ਵਿੱਚ ਵੀ ਪੜ੍ਹਦੇ ਹਾਂ ਕਿ 84 ਲੱਖ ਦੁਨੀਆ ਨੇ, 84 ਲੱਖ ਦੁਨੀਆ ਦੇ ਵਿੱਚੋਂ ਸਭ ਤੋਂ ਉੱਤਮ ਦੁਨੀ ਜਿਹੜੀ ਹੈ ਉਹ ਹੈ ਮਨੁੱਖ ਦੀ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ, ਸੰਸਾਰ ਦੇ ਵਿੱਚ ਵੀ ਅਸੀਂ ਸੁਣਦੇ ਹਾਂ ਕਿ 84 ਲੱਖ ਦੁਨੀਆ ਨੇ, 84 ਲੱਖ ਦੁਨੀਆ ਦੇ ਵਿੱਚੋਂ ਸਭ ਤੋਂ ਉੱਤਮ ਦੁਨੀ ਜਿਹੜੀ ਹੈ ਉਹ ਹੈ ਮਨੁੱਖ ਦੀ। ਪਰ ਭਾਈ ਗੁਰਦਾਸ ਜੀ ਦੇ ਜਦੋਂ ਅਸੀਂ ਪਾਵਨ ਬਚਨਾਂ ਨੂੰ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਆਖਦੇ ਨੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਕਿ 84 ਦੁਨੀਆ ਦੇ ਵਿੱਚੋਂ ਸਭ ਤੋਂ ਉੱਤਮ ਜੁਨੀ ਜਿਹੜੀ ਹੈ ਉਹ ਹੈ ਮਨੁੱਖ ਦੀ। ਪਰ ਵਿਚਾਰ ਕੇ ਵੇਖੀਏ, ਜੇਕਰ ਕਿ ਸਾਨੂੰ ਜੀਵਨ ਜਿਹੜਾ ਹੈ ਉਹ ਮਨੁੱਖਾਂ ਵਾਲਿਆਂ ਮਿਲਿਆ ਹੈ, ਜੁਨੀ ਜਿਹੜੀ ਹੈ ਉਹ ਮਨੁੱਖ ਵਾਲੀ ਮਿਲੀ ਹੈ, ਪਰ ਕਦੇ ਮਨੁੱਖਾ ਜੀਵਨ ਲੈ ਕਰਕੇ, ਬੰਦੇ ਦਾ ਜੀਵਨ ਧਾਰਨ ਕਰਕੇ ਕਦੇ ਬੰਦਿਆਂ ਵਾਲੇ ਕੰਮ ਨਹੀਂ ਜੇ ਕਿਤੇ ਮਾਫ ਕਰਨਾ, ਜੇ ਉਹ ਜੀਵਨ ਭਾਵੇਂ ਮਨੁੱਖਾ ਹੈ ਉਹ ਕਦੇ ਸਫਲਾ ਨਹੀਂ। ਭਾਵ ਕਿ ਜੁਨੀ ਜਿਹੜੀ ਹੈ ਉਹ ਮਨੁੱਖਾਂ ਵਾਲੀ ਮਿਲੀ ਹੈ, ਪਰ ਕੰਮ ਜਿਹੜੇ ਨੇ ਉਹ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਨਸ਼ੇ ਦੇ ਵਿੱਚ ਜੀਵਨ ਨੂੰ ਤਬਾਹ ਕਰ ਦਿੱਤਾ ਹੈ, ਸਾਰੀ ਜ਼ਿੰਦਗੀ
ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈ, ਭੈੜੇ ਕਰਮ ਕਰਦਾ ਹੈ, ਫਿਰ ਭਾਵੇਂ ਜੂਨੀ ਜਿਹੜੀ ਹੈ ਉਹ ਮਨੁੱਖ ਦੀ ਮਿਲੀ ਹੈ, ਕਿ ਅਸੀਂ ਉਸ ਨੂੰ ਉੱਤਮ ਕਹਿ ਸਕਦੇ ਹਾਂ? ਕਦੇ ਵੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਠੀਕ ਹੈ, 84 ਜੁਨੀਆਂ ਦੇ ਵਿੱਚੋਂ ਸਭ ਤੋਂ ਉੱਤਮ ਜੂਨੀ ਜਿਹੜੀ ਹੈ ਉਹ ਹੈ ਮਨੁੱਖ ਦੀ। ਪਰ ਅੱਗੇ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਕੇਵਲ ਜਨਮ ਲੈਣ ਦੇ ਨਾਲ ਕਦੇ ਵੀ ਬੰਦਾ ਜਾਂ ਮਨੁੱਖ ਜਿਹੜਾ ਹੈ ਉੱਤਮ ਨਹੀਂ ਜੇ ਬਣਦਾ। ਉੱਤਮ ਬਣਦਾ ਹੈ ਉਹਦੇ ਕੀਤੇ ਕਰਮਾਂ ਕਰਕੇ। ਭਾਈ ਗੁਰਦਾਸ ਜੀ ਅੱਗੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿਹਨਾਂ ਦਾ ਉੱਤਮ ਹੈ, ਕਿਹਨਾਂ ਦਾ ਮਨੁੱਖਾ ਜੀਵਨ ਸਫਲਾ ਹੈ। ਭਾਈ ਗੁਰਦਾਸ ਜੀ ਆਖਦੇ ਨੇ ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਕਿ ਹਰੇਕ ਮਨੁੱਖ ਦਾ ਜੀਵਨ ਉੱਤਮ ਨਹੀਂ। ਜਿਨ੍ਹਾਂ ਨੇ ਗੁਰਬਾਣੀ ਨੂੰ ਆਪ ਪੜ੍ਹਿਆ ਹੈ, ਵਿਚਾਰਿਆ ਹੈ ਤੇ ਜੀਵਨ ਦੇ ਅੰਦਰ ਲਾਗੂ ਕੀਤਾ ਹੈ, ਭਾਵ ਜਿਨ੍ਹਾਂ ਨੇ ਚੰਗੇ ਗਿਆਨ ਨੂੰ, ਚੰਗਿਆਈਆਂ ਨੂੰ, ਚੰਗੇ ਗੁਣਾਂ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਾਂਭ ਕੇ ਰੱਖਿਆ ਹੈ, ਤੇ ਸੱਚ ਕਰਕੇ ਜਾਣਿਓ ਕੇਵਲ ਉਹਨਾਂ ਦਾ ਹੀ ਜੀਵਨ ਉੱਤਮ ਹੈ, ਹਰੇਕ ਮਨੁੱਖ ਦਾ ਉੱਤਮ ਨਹੀਂ। ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਮੌਤ ਜਿਹੜੀ ਹੈ ਅਟਲ ਸਚਾਈ ਹੈ, ਔਰ ਨੀਂਦ ਜਿਹੜੀ ਹੈ ਇੱਕ ਛੋਟੀ ਮੌਤ ਹੈ। ਨੀਂਦ ਜਿਹੜੀ ਹੈ ਇੱਕ ਛੋਟੀ ਮੌਤ ਹੈ, ਤੇ ਮੌਤ ਜਿਹੜੀ ਹੈ ਉਹ ਇੱਕ ਲੰਮੀ ਨੀਂਦ ਹੈ। ਕਿਉਂਕਿ ਜਿਹੜਾ ਮਨੁੱਖ ਮੌਤ ਦੀ ਨੀਂਦ ਸੋ ਜਾਂਦਾ ਹੈ ਉਹ ਦੁਬਾਰਾ ਕਦੇ ਉੱਠਦਾ ਨਹੀਂ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਆਖਦੇ ਨੇ ਕਿਆ ਤੂੰ ਸੋਇਆ ਜਾਗ ਇਆਨਾ। ਕਿਹ ਭਲਿਆ ਕਿ ਤੂੰ ਕਿੱਥੇ ਨਿੰਦਰ ਦੇ ਅੰਦਰ ਸੁੱਤਾ ਪਿਆ ਹੈ, ਜਾਗ ਪੈ। ਤੇ ਹੁਣ ਗੁਰਬਾਣੀ ਦੇ ਮੁਤਾਬਿਕ ਜਾਗਣਾ ਵੀ ਜਿਹੜਾ ਹੈ ਉਹ ਦੋ ਕਿਸਮ ਦਾ ਹੈ। ਇੱਕ ਹੈ ਸਰੀਰ ਕਰਕੇ ਜਾਗਣਾ ਤੇ ਇੱਕ ਹੈ ਮਨ ਕਰਕੇ ਜਾਗਣਾ। ਸਰੀਰ ਕਰਕੇ ਹਰੇਕ ਮਨੁੱਖ ਦਾ ਜਾਗਣਾ ਜਿਹੜਾ ਹੈ ਉਹ ਅਲੱਗ ਅਲੱਗ ਹੈ, ਸੋਹਣਾ ਵੀ ਸਾਰਿਆਂ ਦਾ ਵੱਖਰਾ ਵੱਖਰਾ ਹੈ। ਕਈ ਜਿਹੜੇ ਨੇ ਉਹ ਸਵੇਰੇ 3 ਵਜੇ ਉੱਠਦੇ ਨੇ, ਕੋਈ 5 ਵਜੇ ਉੱਠਦਾ ਹੈ, ਕੋਈ 7 ਵਜੇ ਉੱਠਦਾ ਹੈ। ਕਈ ਮਨੁੱਖ ਉਹ ਨੇ ਕਿ ਜਿਹੜੇ ਸਾਰੀ ਰਾਤ ਕੰਮ ਕਰਦੇ ਨੇ ਤੇ ਦਿਨ ਵੇਲੇ ਸੌਂਦੇ ਨੇ। ਨੀਂਦ ਆਪੋ ਆਪਣੀ ਸਾਰਿਆਂ ਦੀ ਅਲੱਗ ਅਲੱਗ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਕਿ ਤੇਰੇ ਜੀਵਨ ਦੇ ਅੰਦਰ ਜਾਗਣਾ ਵੀ ਦੋ ਤਰ੍ਹਾਂ ਦਾ, ਇੱਕ ਹੈ ਸਰੀਰ ਕਰਕੇ ਜਾਗਣਾ ਤੇ ਇੱਕ ਹੈ ਮਨ ਕਰਕੇ ਜਾਗਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਆ ਤੂੰ ਸੋਇਆ ਜਾਗ ਇਆਨਾ, ਕਿ ਤੂੰ ਕਿੱਥੇ ਇਸ ਮਾਇਆ ਦੀ ਨਿੰਦਰ ਦੇ ਅੰਦਰ ਸੁੱਤਾ ਹੋਇਆ ਹੈ, ਜਾਗ ਪੈ। ਮਨੁੱਖ ਜਿਹੜਾ ਹੈ ਉਹ ਵਿਕਾਰਾਂ ਦੀ ਨਿੰਦਰ ਦੇ ਅੰਦਰ ਸੁੱਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਆਖਦੇ ਨੇ ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ। ਕਿ ਮਨੁੱਖ ਜਿਹੜਾ ਹੈ ਅੱਖਾਂ ਦੇ ਵਿੱਚ ਨਿੰਦਰ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਤੇਰੀ ਅੱਖਾਂ ਕਿਸੇ ਪਰਾਏ ਰੂਪ ਨੂੰ ਤੱਕ ਕਰਕੇ ਤੇਰਾ ਮਨ ਮਚਲ ਜਾਂਦਾ ਹੈ ਤੇ ਸੱਚ ਕਰਕੇ ਜਾਣਿਓ ਜੇ ਭਾਵੇਂ ਤੂੰ ਸਰੀਰ ਕਰਕੇ ਜਾਗਦਾ ਹੈ ਪਰ ਅਸਲ ਦੇ ਵਿੱਚ ਤੂੰ ਸੁੱਤਾ ਹੋਇਆ ਹੈ। ਤੂੰ ਵਿਕਾਰਾਂ ਦੇ ਅੰਦਰ ਸੁੱਤਾ ਹੋਇਆ ਹੈ। ਭਾਵੇਂ ਕੋਈ ਮਨੁੱਖ ਜਿਹੜਾ ਹੈ ਉਹ 3 ਵਜੇ ਉੱਠਦਾ ਹੈ, 2 ਵਜੇ ਉੱਠਦਾ ਹੈ ਜਾਂ 4 ਵਜੇ ਉੱਠਦਾ ਹੈ, ਪਰ ਜੇ ਕਰਕੇ ਉਸਦੇ ਅੱਖਾਂ ਦੇ ਵਿੱਚ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜੇ ਕਰਕੇ ਅੱਖਾਂ ਜਿਹੜੀਆਂ ਨੇ ਇਹ ਪਰਾਏ ਰੂਪ ਤੱਕਦੀਆਂ ਨੇ, ਮਨ ਦੇ ਵਿੱਚ ਬੁਰੇ ਭੈੜੇ ਖਿਆਲ ਆਉਂਦੇ ਨੇ, ਤਾਂ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਤੂੰ 3 ਵਜੇ ਜਾਗਦਾ ਹੋਵੇ, 4 ਵਜੇ ਜਾਗਦਾ ਹੋਵੇ, ਪਰ ਅਸਲ ਦੇ ਵਿੱਚ ਤੂੰ ਅਦੇ ਵੀ ਸੁੱਤਾ ਹੋਇਆ ਹੈ, ਤੂੰ ਜਾਗਿਆ ਨਹੀਂ। ਸਰਵਣ ਸੋਏ ਸੁਣ ਨਿੰਦ ਵਿਚਾਰ। ਕੰਨਾਂ ਕਰਕੇ ਵੀ ਮਨੁੱਖ ਜਿਹੜਾ ਹੈ ਉਹ ਸੁੱਤਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕੰਨਾਂ ਦੇ ਨਾਲ ਅਸੀਂ ਦੂਜਿਆਂ ਦੀ ਨਿੰਦਾ ਲਿਖਾ ਸੁਣਨ ਦੇ ਵਿੱਚ ਅਸੀਂ ਇੰਨਾ ਲੰਮਾ ਸਮਾਂ ਜਿਹੜਾ ਹੈ ਉਹ ਗਵਾ ਦਿੰਦੇ ਹਾਂ। ਰਸਨਾ ਸੋਈ ਲੋਭ ਮਿਠੈ ਸਾਧ। ਕਿ ਸਾਡੀ ਇਹ ਜ਼ੁਬਾਨ ਵੀ ਜਿਹੜੀ ਹੈ ਇਹ ਲੋਭ ਦੇ ਵਿੱਚ, ਲਾਲਚ ਦੇ ਵਿੱਚ ਜਿਹੜੀ ਹੈ ਇਹ ਸੁੱਤੀ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ ਕਿ ਮਨੁੱਖ ਜਿਹੜਾ ਹੈ
ਭਾਵੇਂ ਸਰੀਰ ਕਰਕੇ ਜਾਗਿਆ ਹੋਇਆ ਹੈ, ਪਰ ਵਿਕਾਰਾਂ ਦੀ ਨਿੰਦਰ ਦੇ ਵਿੱਚ ਅਜੇ ਵੀ ਸੁੱਤਾ ਹੋਇਆ ਹੈ। ਰਸਨਾ ਸੋਈ ਲੋਭ ਮਿੱਠਾ ਸਾਧ, ਕਿ ਜੇ ਕਰਕੇ ਮਨੁੱਖ ਦੇ ਜੀਵਨ ਦੇ ਅੰਦਰ ਲੋਭ ਹੈ, ਲਾਲਚ ਹੈ, ਤੇ ਉਹ ਅਜੇ ਵੀ ਸੁੱਤਾ ਹੋਇਆ ਹੈ। ਸੰਸਾਰ ਦੇ ਅੰਦਰ ਅਸੀਂ ਵੇਖਦੇ ਹਾਂ ਕਈ ਥਾਵਾਂ ਤੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਲੋਭ ਆ ਜਾਂਦਾ ਹੈ, ਲਾਲਚ ਆ ਜਾਂਦਾ ਹੈ। ਗੁਰਬਾਣੀ ਆਖਦੀ ਹੈ ਲਬ ਕੁੱਤਾ ਕੂੜ ਚੂੜਾ, ਕਿ ਜਿਸ ਦੇ ਅੰਦਰ ਲੋਭ ਆ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਕੁੱਤੇ ਦੀ ਜੂਨੀ ਦੇ ਵਿੱਚ ਭਟਕਦਾ ਹੈ। ਭਾਵੇਂ ਅਸੀਂ ਅਰਦਾਸ ਕਰਨੇ ਹਾਂ ਕਿ ਇਹ ਸਤਿਗੁਰੂ ਪਾਤਸ਼ਾਹ ਜੀ ਵਿਛੜੀ ਜੀਵ ਆਤਮਾ ਨੂੰ ਦੁਨੀਆ ਦੇ ਵਿੱਚੋਂ ਭਟਕਣ ਤੋਂ ਬਚਾਉਣਾ, ਬੇਨਤੀ ਕਰਦੇ ਹਾਂ ਗੁਰਬਾਣੀ ਜਿੰਨਾ ਕੁ ਇੱਥੇ ਅਸੀਂ ਗੁਰਮਤਿ ਵਿਚਾਰਾਂ ਸਰਵਣ ਕਰਾਂਗੇ, ਗੁਰਬਾਣੀ ਸਰਵਣ ਕਰਾਂਗੇ, ਕੀਰਤਨ ਸਰਵਣ ਕਰਾਂਗੇ, ਉਹ ਸਾਡੇ ਵਾਸਤੇ ਹੈ। ਮਤਾ ਇਹ ਨਾ ਸਮਝਿਓ ਕਿ ਜੋ ਅਸੀਂ ਇੱਥੇ ਗੁਰਬਾਣੀ ਪੜਾਂਗੇ ਜਾਂ ਸੁਣਾਂਗੇ ਸ਼ਾਇਦ ਵਿਛੜੀ ਜੀਵ ਆਤਮਾ ਵਾਸਤੇ ਹੈ। ਨਹੀਂ, ਅਸੀਂ ਉਹਨਾਂ ਦੇ ਇਬਾਦਤ ਅਰਦਾਸ ਕਰਨੀ ਹੈ, ਪਰ ਗੁਰਬਾਣੀ ਜਿਹੜੀ ਹੈ ਉਹ ਸਾਡੇ ਸਾਰਿਆਂ ਵਾਸਤੇ ਹੈ। ਕਿਉਂਕਿ ਮਨੁੱਖ ਜਿਹੜਾ ਹੈ ਉਹ ਜਿਉਂਦਾ ਆਪਣੇ ਜੀਵਨ ਦੇ ਵਿੱਚ ਜਿੰਨੀ ਬਾਣੀ ਪੜਦਾ ਹੈ ਉਹ ਆਪਣੇ ਵਾਸਤੇ ਪੜਦਾ ਹੈ, ਮਰਨ ਤੋਂ ਬਾਅਦ ਨਹੀਂ। ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਦੇ ਜੀਵਨ ਦੇ ਅੰਦਰ ਜੇ ਕਰਕੇ ਲੋਭ ਆ ਜਾਵੇ ਤੇ ਉਹ ਕੁੱਤੇ ਦੀ ਜੂਨੀ ਦੇ ਵਿੱਚ ਭਟਕਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਦੇ ਅੰਦਰ, ਕਿਉਂਕਿ ਮਰਨ ਤੋਂ ਬਾਅਦ ਦੁਨੀਆ ਦੇ ਵਿੱਚ ਭਟਕਣ ਦੀ ਗੱਲ ਬੜੀ ਦੂਰ ਦੀ ਹੈ। ਮਰਨ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਜੇ ਮਨੁੱਖ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਭਟਕਦਾ ਹੈ ਕਿ ਨਹੀਂ ਭਟਕਦਾ, ਕਿਸੇ ਨੇ ਸਾਨੂੰ ਅੱਜ ਤੱਕ ਆ ਕੇ ਦੱਸਿਆ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਮਨੁੱਖ ਜਿਉਂਦਾ ਹੀ ਦੁਨੀਆ ਦੇ ਵਿੱਚ ਭਟਕਦਾ ਹੈ। ਉਹ ਕਿਵੇਂ? ਜੇ ਜੀਵਨ ਦੇ ਵਿੱਚ ਲੋਭ ਆ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਕੁੱਤੇ ਦੀ ਜੂਨੀ ਦੇ ਵਿੱਚ ਭਟਕਦਾ ਹੈ। ਜੇ ਕਰਕੇ ਜੀਵਨ ਦੇ ਵਿੱਚ ਕਾਮ ਵਾਸਨਾ ਆ ਜਾਵੇ ਤੇ ਹਾਥੀ ਦੀ ਜੂਨੀ ਦੇ ਵਿੱਚ ਭਟਕਦਾ ਹੈ। ਔਰ ਜੇ ਕਰਕੇ ਆਪਣੀ ਇਸ ਜ਼ੁਬਾਨ ਤੋਂ ਕਿਸੇ ਨੂੰ ਭੈੜੇ ਬੋਲ ਬੋਲਦਾ ਹੈ, ਅਪਸ਼ਬਦ ਬੋਲਦਾ ਹੈ, ਜਿਨ੍ਹਾਂ ਸ਼ਬਦਾਂ ਦੇ ਕਰਕੇ ਸਾਹਮਣੇ ਸੁਣਨ ਵਾਲੇ ਦਾ ਹਿਰਦਾ ਦੁੱਖ ਜਾਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅਜੇ ਕਾਂ ਦੀ ਜੂਨੀ ਦੇ ਵਿੱਚ ਭਟਕਦਾ ਹੈ। ਮਰਨ ਤੋਂ ਬਾਅਦ, ਮਰਨ ਦੀ ਗੱਲ ਜਿਹੜੀ ਹੈ ਉਹ ਬਹੁਤ ਦੂਰ ਦੀ ਹੈ, ਪਰ ਮਨੁੱਖ ਜਿਉਂਦਿਆਂ ਹੀ ਦੁਨੀਆ ਦੇ ਵਿੱਚ ਭਟਕਦਾ ਹੈ। ਭਾਵ ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲਣੀ ਹੈ ਕਿ ਨਹੀਂ ਮਿਲਣੀ ਹੈ ਸਾਨੂੰ ਨਹੀਂ ਜੇ ਪਤਾ, ਪਰ ਅਸੀਂ ਜਿਉਂਦੇ ਜੀ ਗੁਰੂ ਜੀ ਦੇ ਸ਼ਬਦ ਦੇ ਰਾਹੀਂ, ਸੱਚੇ ਗਿਆਨ ਦੇ ਰਾਹੀਂ ਆਪਣੇ ਆਪ ਨੂੰ ਬੰਧਨਾਂ ਤੋਂ ਮੁਕਤ ਕਰਨਾ ਹੈ। ਜਦੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਵੇਖਦੇ ਹਾਂ, ਭਾਵੇਂ ਅਸੀਂ ਵਿਦਿਆਰਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂ, ਪਰ ਜਦੋਂ ਸਾਡੇ ਪਰਿਵਾਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ, ਜਨਮ ਤੋਂ ਲੈ ਕਰਕੇ ਮਰਨ ਤੱਕ ਜਿੰਨੇ ਵੀ ਅਸੀਂ ਕੰਮ ਕਰਨੇ ਹਾਂ, ਉਹ ਕੋਈ ਵੀ ਕਰਮ ਜਿਹੜਾ ਹੈ ਉਹ ਗੁਰਮਤਿ ਮਰਿਆਦਾ ਅਨੁਸਾਰ ਨਹੀਂ ਕਰਦੇ ਜੀ। ਸਟੂਡੈਂਟ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂ, ਪਰ ਸਿਲੇਬਸ ਜਿਹੜਾ ਹੈ ਉਹ ਸਾਡੇ ਘਰਾਂ ਦੇ ਵਿੱਚ ਕਿਸੇ ਹੋਰ ਦਾ ਲਾਗੂ ਹੈ। ਸੰਸਾਰ ਦੇ ਵਿੱਚ ਵੇਖਦੇ ਹਾਂ, ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਤੇ ਅਸੀਂ ਉਸਦੇ ਸਰੀਰ ਦੀਆਂ ਫੁੱਲਾਂ ਨੂੰ ਲੈ ਕਰਕੇ, ਹੱਡੀਆਂ ਨੂੰ ਲੈ ਕਰਕੇ ਕਿਸੇ ਵੀ ਧਾਰਮਿਕ ਸਥਾਨ ਤੇ ਜਲ ਪ੍ਰਵਾਹ ਕਰਦੇ ਹਾਂ। ਖਿਆਲ ਬਣਿਆ ਹੈ ਕਿ ਜੇਕਰ ਕਿਸੇ ਧਾਰਮਿਕ ਸਥਾਨ ਤੇ ਜਲ ਪ੍ਰਵਾਹ ਕਰਾਂਗੇ ਤੇ ਵਿਛੜੇ ਜੀਵ ਆਤਮਾ ਜਿਹੜੀ ਹੈ, ਵਿਛੜੇ ਵਾਲੇ ਪ੍ਰਾਣੀ ਨੂੰ ਜਿਹੜੀ ਹੈ ਉਹ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ। ਪਰ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰਬਾਣੀ ਦੀ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ। ਸਤਿਗੁਰੂ ਜੀ ਆਖਦੇ ਨੇ ਇੱਕ ਦੱਜੈ ਇੱਕ ਦਬੀਐ ਇੱਕ ਨਾ ਕੁੱਤੇ ਖਾਹੇ। ਸਤਿਗੁਰੂ ਜੀ ਕਹਿੰਦੇ ਨੇ ਹਰੇਕ ਧਰਮ ਦੇ ਵਿੱਚ ਮੌਤ ਹੈ, ਭਾਵੇਂ ਕੋਈ ਧਰਮੀ ਹੋਵੇ ਭਾਵੇਂ ਕੋਈ ਅਧਰਮੀ ਹੋਵੇ, ਮਰਨਾ ਸਾਰਿਆਂ ਨੇ ਹੈ। ਪਰ ਮਨੁੱਖ ਦੇ ਆਪਣੇ ਕੀਤੇ ਕੰਮਾਂ ਕਰਕੇ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਹਮੇਸ਼ਾ ਜਿਉਂਦਾ ਰਹਿੰਦਾ ਹੈ। ਸਰੀਰ ਕਰਕੇ ਕੋਈ ਜਿਉਂਦਾ ਨਹੀਂ ਰਹਿੰਦਾ, ਮਰਨਾ ਸਾਰਿਆਂ ਨੇ ਹੈ। ਪਰ ਸਰੀਰ ਦੇ ਵਿੱਚ ਰਹਿ ਕਰਕੇ ਜਿਹੜੇ ਅਸੀਂ ਕੰਮ ਕਰਾਂਗੇ ਉਹਨਾਂ ਦੇ ਕਰਕੇ ਮਨੁੱਖ ਹਮੇਸ਼ਾ ਜਿਉਂਦਾ ਰਹਿੰਦਾ ਹੈ। ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਭਾਈ ਤਾਰੂ ਸਿੰਘ ਦਾ ਜ਼ਿਕਰ ਹੁੰਦਾ ਹੈ। ਭਾਈ ਤਾਰੂ ਸਿੰਘ ਜੀ ਦੀ ਉਮਰ ਜਿਹੜੀ ਹੈ ਉਹ ਕੇਵਲ 25 ਕੁ ਸਾਲ ਦੀ ਹੈ, ਪਰ ਉਹਨਾਂ ਦੇ ਕੰਮਾਂ ਕਰਕੇ ਅੱਜ ਵੀ ਅਸੀਂ ਭਾਈ ਤਾਰੂ ਸਿੰਘ ਨੂੰ ਯਾਦ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਨੇ। ਉਮਰ ਜਿਹੜੀ ਛੋਟੀ ਹੈ, ਪਰ ਉਹਨਾਂ ਦੇ ਕੀਤੇ ਪਰਉਪਕਾਰ, ਉਹਨਾਂ ਦੇ ਕੀਤੇ ਕੰਮਾਂ ਕਰਕੇ ਅਸੀਂ ਪੂਰਾ ਸਮੁੱਚਾ ਸੰਸਾਰ, ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕਰੇਗਾ। ਸਵਾਲ ਇਹ ਨਹੀਂ ਕਿ ਉਮਰ ਵੱਡੀ ਹੈ ਕਿ ਛੋਟੀ ਹੈ, ਸਵਾਲ ਇਹ ਹੈ ਕਿ ਬੰਦੇ ਦੇ ਕੀਤੇ ਕਰਮਾਂ ਕਰਕੇ ਮਨੁੱਖ ਹਮੇਸ਼ਾ ਸੰਸਾਰ ਦੇ ਵਿੱਚ ਜਿਉਂਦਾ ਰਹਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਜੇ ਕਰਕੇ ਮਨ ਦੇ ਵਿੱਚ ਵਿਕਾਰ ਆ ਗਏ ਨੇ
ਤੇ ਮਨੁੱਖ ਜਿਹੜਾ ਹੈ ਉਹ ਜਿਉਂਦਾ ਹੀ ਮਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇੱਕ ਦੱਜੈ ਇੱਕ ਦਬੀਐ ਇੱਕ ਨਾ ਕੁੱਤੇ ਖਾਹੇ। ਸੰਸਾਰ ਦੇ ਵਿੱਚ ਇੱਕ ਉਹ ਫਿਰਕਾ ਹੈ ਕਿ ਜਿਹੜਾ ਪ੍ਰਾਣੀ ਦੇ ਅਕਾਲ ਚਲਣੇ ਤੋਂ ਚਲਾਣੇ ਤੋਂ ਬਾਅਦ ਬੋਡੀ ਨੂੰ ਜੋ ਹੈ ਉਹ ਸਾੜਦਾ ਹੈ, ਸੰਸਕਾਰ ਕਰਦੇ ਨੇ। ਸਾਡੇ ਵਿੱਚ ਵੀ ਸੰਸਕਾਰ ਕਰਦੇ ਨੇ ਤੇ ਹਿੰਦੂ ਵੀਰ ਵੀ ਜਿਹੜੇ ਨੇ ਉਹ ਵੀ ਸੰਸਕਾਰ ਕਰਦੇ ਨੇ, ਬੋਡੀ ਨੂੰ ਸਾੜ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਇੱਕ ਦੱਜੈ ਇੱਕ ਦਬੀਐ। ਇੱਕ ਉਹ ਫਿਰਕਾ ਹੈ ਕਿ ਜਿਹੜਾ ਮਰਨ ਤੋਂ ਬਾਅਦ ਬੰਦੇ ਦੀ ਬੋਡੀ ਨੂੰ ਜੋ ਹੈ ਉਹ ਦਬਾ ਦਿੰਦੇ ਨੇ, ਦਫਨਾ ਦਿੰਦੇ ਨੇ, ਉਹ ਸਾੜਦੇ ਨਹੀਂ। ਉਹ ਬੋਡੀ ਨੂੰ ਸਾੜਨਾ ਜਿਹੜਾ ਹੈ ਉਹ ਬਹੁਤ ਵੱਡਾ ਪਾਪ ਸਮਝਦੇ ਨੇ। ਮੁਸਲਮਾਨ ਵੀਰ ਜਿਹੜੇ ਨੇ ਕਦੇ ਵੀ ਬੋਡੀ ਨੂੰ ਸਾੜਦੇ ਨਹੀਂ, ਉਹ ਦਬਦੇ ਨੇ। ਕਿਉਂ? ਉਹਨਾਂ ਦਾ ਖਿਆਲ ਹੈ ਕਿ ਜੇ ਕਰਕੇ ਸਾੜ ਦਿਆਂਗੇ ਇਹ ਬਹੁਤ ਵੱਡਾ ਪਾਪ ਹੈ। ਜਾਂ ਉਹਨਾਂ ਦਾ ਖਿਆਲ ਹੈ ਕਿ ਇੱਕ ਦਿਨ ਕਿਆਮਤ ਦਾ ਦਿਨ ਆਵੇਗਾ, ਮੁਹੰਮਦ ਸਾਹਿਬ ਜਿਹੜੇ ਨੇ ਉਹ ਆਉਣਗੇ ਤੇ ਉਹਨਾਂ ਨੂੰ ਕਬਰਾਂ ਦੇ ਵਿੱਚੋਂ ਕੱਢ ਲੈਣਗੇ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ ਉਹਨਾਂ ਨੂੰ ਭੇਸ਼ਤ ਮਿਲੇਗਾ ਤੇ ਜਿਨ੍ਹਾਂ ਨੇ ਭੈੜੇ ਕਰਮ ਕੀਤੇ ਉਹਨਾਂ ਨੂੰ ਦੋਜ਼ਖ ਮਿਲੇਗਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਇਸ ਗੱਲ ਦੇ ਉੱਤੇ ਤਰਕ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੈ ਭਈ ਕੁਮਿਆਰ, ਕਿ ਜਿਹੜੇ ਮੁਸਲਮਾਨ ਵੀਰ ਆਖਦੇ ਨੇ ਕਿ ਮਰਨ ਤੋਂ ਬਾਅਦ ਪ੍ਰਾਣੀ ਨੂੰ ਸਾੜਨਾ ਜਿਹੜਾ ਹੈ ਉਹ ਹੈ ਪਾਪ। ਪਰ ਸਤਿਗੁਰੂ ਜੀ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੈ ਭਈ ਕੁਮਿਆਰ, ਕਿ ਮੰਨ ਲਈਏ ਜਿੱਥੇ ਅੱਜ ਇੱਟਾਂ ਦੇ ਭੱਠੇ ਨੇ, ਇੱਟਾਂ ਤਿਆਰ ਕੀਤੀ ਜਾਂਦੀਆਂ ਨੇ, ਇੱਟਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਅੱਗ ਦੇ ਵਿੱਚ ਸਾੜਿਆ ਜਾਂਦਾ ਹੈ, ਪਕਾਇਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਜਿੱਥੇ ਅੱਜ ਇੱਟਾਂ ਦੇ ਭੱਠੇ ਨੇ, ਕਿ ਹੋ ਸਕਦਾ ਹੈ ਅੱਜ ਤੋਂ 300 ਸਾਲ ਪਹਿਲਾਂ, ਅੱਜ ਤੋਂ 400 ਸਾਲ ਪਹਿਲਾਂ ਉੱਥੇ ਕੋਈ ਕਬਰਸਤਾਨ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੈ ਭਈ ਕੁਮਿਆਰ, ਕਿ ਹੁਣ ਉਹ ਮਿੱਟੀ ਕਬਰਸਤਾਨ ਦੀ ਮਿੱਟੀ ਜਿਹੜੀ ਹੈ, ਪੇੜੇ ਤੋਂ ਭਾਵ ਹੈ ਵਸ, ਕਿ ਉਹ ਕੁਮਿਆਰ ਦੇ ਵਸ ਪੈ ਗਈ ਹੈ। ਫਿਰ ਕੀ ਕੀਤਾ ਕੁਮਿਆਰ ਨੇ? ਉਸ ਮਿੱਟੀ ਦੀ ਜਿਹੜੇ ਨੇ ਉਹ ਭਾਂਡੇ ਤਿਆਰ ਕੀਤੇ ਨੇ, ਭਾਂਡੇ ਤਿਆਰ ਕਰਕੇ ਫਿਰ ਅੱਗ ਦੇ ਵਿੱਚ ਉਹਨਾਂ ਨੂੰ ਪਕਾਇਆ ਵੀ ਹੈ, ਸਾੜਿਆ ਵੀ ਹੈ। ਮਿੱਟੀ ਮੁਸਲਮਾਨ ਕੀ ਪੇੜੈ ਭਈ ਕੁਮਿਆਰ, ਘੜ ਭਾਂਡੇ ਈਟਾ ਕੀਆ ਜਲਦੀ ਕਰੇ ਪੁਕਾਰ। ਤੇ ਹੁਣ ਉਹ ਮਿੱਟੀ ਜਿਹੜੀ ਹੈ ਉਹ ਸੜਦੀ ਹੋਈ ਪੁਕਾਰ ਕਰਦੀ ਹੈ ਕਿ ਉਦੋਂ ਤਾਂ ਮੈਨੂੰ ਸੜਨੋਂ ਜਿਹੜਾ ਹੈ ਉਹ ਬਚਾ ਲਿਆ ਸੀ, ਪਰ ਹੁਣ ਉਹ ਮਿੱਟੀ ਜਿਹੜੀ ਹੈ ਉਹ ਭੱਟੇ ਦੇ ਰੂਪ ਦੇ ਵਿੱਚ ਜਾਂ ਕਿਤੇ ਭਾਂਡੇ ਦੇ ਰੂਪ ਦੇ ਵਿੱਚ ਅੱਜ ਵੀ ਅੱਗ ਦੇ ਵਿੱਚ ਸੜਦੀ ਹੈ। ਭਾਵ ਕਿ ਇੱਕ ਉਹ ਫਿਰਕਾ ਹੈ ਮੁਸਲਮਾਨ ਵੀਰਾਂ ਦਾ ਜੋ ਬੋਡੀ ਨੂੰ ਸਾੜਦੇ ਨਹੀਂ, ਬੋਡੀ ਨੂੰ ਦਫਨਾ ਦਿੰਦੇ ਨੇ। ਇੱਕ ਦੱਜੈ ਇੱਕ ਦਬੀਐ ਇੱਕ ਨਾ ਕੁੱਤੇ ਖਾਹੇ। ਸਤਿਗੁਰੂ ਜੀ ਕਹਿੰਦੇ ਨੇ ਇੱਕ ਉਹ ਫਿਰਕਾ ਹੈ ਕਿ ਜਿਹੜੇ ਬੋਡੀ ਨੂੰ ਜੋ ਹੈ ਉਹ ਕੁੱਤਿਆਂ ਨੂੰ ਪਾ ਦਿੰਦੇ ਨੇ, ਇੱਕ ਨਾ ਕੁੱਤੇ ਖਾਹੇ। ਫਿਰ ਅੱਗੇ ਆਖਦੇ ਨੇ ਇੱਕ ਪਾਣੀ ਵਿੱਚ ਕੁਸਟੀਆਂ। ਇੱਕ ਉਹ ਫਿਰਕਾ ਵੀ ਹੈ ਕਿ ਜਿਹੜਾ ਬੋਡੀ ਨੂੰ ਪਾਣੀ ਦੇ ਵਿੱਚ ਸੁੱਟ ਦਿੰਦਾ ਹੈ। ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਨੇ ਉਹ ਉਸ ਬੋਡੀ ਨੂੰ ਖਾ ਜਾਂਦੇ ਨੇ। ਇੱਕ ਬੀਬੀਰ ਹੱਸਣ ਪਾਹੇ, ਹੱਸਣ ਤੋਂ ਭਾਵ ਹੈ ਕਿ ਇੱਕ ਉਹ ਫਿਰਕਾ ਹੈ ਜਿਹੜਾ ਖੂਹ ਦੇ ਉੱਤੇ ਬੋਡੀ ਨੂੰ ਰੱਖਦਾ ਹੈ ਤੇ ਪੰਛੀ ਆਉਂਦੇ ਨੇ, ਮਾਸ ਖਾ ਜਾਂਦੇ ਨੇ ਤੇ ਹੱਡੀਆਂ ਜਿਹੜੀ ਨੇ ਉਹ ਖੂਹ ਦੇ ਵਿੱਚ ਡਿੱਗ ਜਾਂਦੀਆਂ ਨੇ। ਭਾਵ ਹਰੇਕ ਧਰਮ ਦੇ ਵਿੱਚ ਮੌਤ ਹੈ, ਪਰ ਹਰੇਕ ਧਰਮ ਦੇ ਵਿੱਚ ਉਸ ਬੋਡੀ ਨੂੰ ਟਿਕਾਣੇ ਲਾਉਣ ਵਾਸਤੇ ਆਪੋ ਆਪਣੇ ਸਾਰਿਆਂ ਦੇ ਕਰਮ ਨੇ। ਕੋਈ ਆਖਦਾ ਹੈ ਕਿ ਸ਼ਾਇਦ ਜਲ ਪ੍ਰਵਾਹ ਕਰਾਂਗੇ ਮੁਕਤੀ ਮਿਲ ਜਾਵੇਗੀ, ਕੋਈ ਆਖਦਾ ਹੈ ਸੰਸਕਾਰ ਕਰ ਦਿਆਂਗੇ ਮੁਕਤੀ ਮਿਲ ਜਾਵੇਗੀ, ਕੋਈ ਆਖਦਾ ਹੈ ਦਫਨਾ ਦਿਆਂਗੇ ਮੁਕਤੀ ਮਿਲ ਜਾਵੇਗੀ। ਪਰ ਅਖੀਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਸਾਰੇ ਆਪੋ ਆਪਣੇ ਮਾਪਦੰਡ ਲਾਉਂਦੇ ਨੇ, ਪਰ ਸਤਿਗੁਰੂ ਜੀ ਆਖਦੇ ਨੇ ਕੋਈ ਅਸਲੀਅਤ ਨਹੀਂ ਜਾਣਦਾ ਕਿ ਮਰਨ ਤੋਂ ਬਾਅਦ ਬੰਦਾ ਜਿਹੜਾ ਹੈ ਉਹ ਕਿੱਥੇ ਜਾਂਦਾ ਹੈ। ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਜਦੋਂ ਪ੍ਰਾਣੀ ਅਕਾਲ ਚਲਾਣਾ ਕਰਦਾ ਸੀ, ਉਹਦੀ ਥਾਂ ਤੇ ਕੁਝ ਕੁ ਸਵਾਹ ਜਿਹੜੀ ਹੈ ਉਹ ਗਰਮ ਸਵਾਹ ਛਾਣ ਕੇ ਰੱਖ ਦਿੱਤੀ ਜਾਂਦੀ ਸੀ। ਅਸੀਂ ਆਪਣੇ ਮਾਪਦੰਡ ਲਾਉਂਦੇ ਸਨ ਕਿ ਜੇ ਲਕੀਰ ਜੀ ਆ ਗਈ ਹੈ, ਆਖਦੇ ਸਨ ਕਿ ਸੱਪ ਦੀ ਜੂਨੀ ਦੇ ਵਿੱਚ ਗਿਆ ਹੈ। ਕੋਈ ਦੂਜਾ ਨਿਸ਼ਾਨ ਆ ਗਿਆ ਹੈ ਤੇ ਆਖਦੇ ਨੇ ਕਬੂਤਰ ਦੀ ਜੂਨੀ ਦੇ ਵਿੱਚ ਗਿਆ ਹੈ। ਭਾਵ ਆਪੋ ਆਪਣੇ ਮਾਪਦੰਡ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਿਆ ਮਨੁੱਖ ਦੇ ਵਿੱਚ ਅਜਿਹਾ ਕੋਈ ਮਾਪਦੰਡ ਨਹੀਂ, ਕੋਈ ਪੈਮਾਨਾ ਨਹੀਂ ਕਿ ਜਿਹੜਾ ਦੱਸ ਸਕਦਾ ਹੈ ਕਿ ਮਨੁੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਤੂੰ ਜਿਹੜਾ ਹੈ ਉਹ ਮਨ ਕਰਕੇ ਸੁੱਤਾ ਹੋਇਆ ਹੈ, ਸਰੀਰ ਕਰਕੇ ਭਾਵੇਂ ਜਾਗਿਆ ਹੋਇਆ ਹੈ। ਤੈ ਜੀਵਨ ਜਗ ਸੱਚ ਕਰ ਜਾਣਾ, ਕਿ ਤੂੰ ਇਸ ਜੀਵਨ ਨੂੰ ਜਿਹੜਾ ਹੈ ਉਹ ਸੱਚ ਸਮਝ ਕੇ ਬੈਠਾ ਹੈ ਕਿ ਜਿਹੜਾ ਸਦੀ ਵੀ ਰਹਿਣ ਵਾਲਾ ਨਹੀਂ। ਜੋ ਦਿਨ ਆਵੇ ਸੋ ਦਿਨ ਜਾਹੀ, ਕਿ ਜਿਹੜਾ ਦਿਨ ਚੜ੍ਹਦਾ ਹੈ ਤੇ ਸ਼ਾਮ ਵੇਲੇ ਉਹ ਦਿਨ ਜਿਹੜਾ ਹੈ ਉਹ ਛਿਪ ਜਾਂਦਾ ਹੈ। ਜਦੋਂ ਰਾਤ ਆਉਂਦੀ ਹੈ ਤੇ ਰਾਤ ਵੀ ਜਿਹੜੀ ਹੈ
ਟਲ ਜਾਂਦੀ ਹੈ, ਫਿਰ ਦਿਨ ਜਿਹੜਾ ਹੈ ਉਹ ਚੜ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਭੁਲਿਆ ਕਿ ਤੂੰ ਵੀ ਜਿਹੜਾ ਹੈ ਉਸ ਦੀ ਵੀ ਰਹਿਣ ਵਾਲਾ ਨਹੀਂ। ਸੰਗ ਚਲਤ ਹੈ ਹਮ ਪੀ ਚਲਣਾ, ਕਿ ਜਿਹੜੇ ਸਾਡੇ ਸਾਥੀ ਸੀ ਉਹ ਸਾਡਾ ਸਾਥ ਜਿਹੜਾ ਹੈ ਉਹ ਛੱਡ ਕੇ ਤੁਰ ਗਏ ਨੇ। ਭਾਵੇਂ ਅੱਜ ਅਸੀਂ ਉਸ ਵਿਛੜੀ ਆਤਮਾ ਦੇ ਨਿਮਿਤ ਅਰਦਾਸ ਕਰਨ ਵਾਸਤੇ ਇਕੱਤਰਿਤ ਹੋਏ ਹਾਂ, ਪਰ ਬੇਨਤੀ ਕਰਦੇ ਹਾਂ ਕਿ ਜਾਣ ਵਾਲਾ ਪ੍ਰਾਣੀ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਦੇ ਕੇ ਜਾਂਦਾ ਹੈ। ਉਹ ਆਖਦਾ ਹੈ ਕਿ ਭਲਿਆ ਜੇ ਕਰਕੇ ਸੰਸਾਰ ਦੇ ਵਿੱਚ ਮੈਂ ਨਹੀਂ ਰਿਹਾ ਤੇ ਰਹਿਣਾ ਤੁਸੀਂ ਵੀ ਨਹੀਂ। ਇਸ ਕਰਕੇ ਅੱਜ ਤੋਂ ਕੋਸ਼ਿਸ਼ ਕਰੀਏ ਆਪਣੇ ਜੀਵਨ ਦੇ ਵਿੱਚ ਚੰਗੇ ਕੰਮਾਂ ਦੀ ਗਿਣਤੀ ਜਿਹੜੀ ਹੈ ਉਹ ਵਧਾ ਦਈਏ ਤੇ ਭੈੜੇ ਕੰਮਾਂ ਦੀ ਗਿਣਤੀ ਜਿਹੜੀ ਹੈ ਉਹ ਘਟਾਉਣ ਦਾ ਯਤਨ ਕਰੀਏ, ਤਾਂ ਹੀ ਸਾਡਾ ਇੱਥੇ ਆਇਆ ਸਫਲਾ ਹੈ। ਸੋ ਸਾਰਿਆਂ ਦਾ ਧੰਨਵਾਦ ਹੈ। ਇੰਨੀ ਕੁ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਦੀਆਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।